ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀ ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅੱਜ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਤੁਹਾਨੂੰ ਵੈਲਕਮ ਬੈਕ ਜੀ। ਥੈਂਕ ਯੂ ਜੌਲ ਸਾਹਿਬ। ਐਂਡ ਕੱਲ ਮੈਂ ਜਦੋਂ ਏਅਰਪੋਰਟ ਪੈਰਿਸ ਤੋਂ ਅਸੀਂ ਜਹਾਜ਼ ਦੇ ਵਿੱਚ ਬਹਿ ਗਏ ਸੀ ਐਂਡ ਅੱਜ ਕੱਲ੍ਹ ਦਾ ਜੋ ਟੈਕਨੋਲੋਜੀ ਯੁੱਗ ਹੈ ਉੱਥੇ ਜਹਾਜ਼ ਦੇ ਵਿੱਚ ਹੁਣ ਵਾਈਫਾਈ ਵੀ ਮਿਲਦਾ ਹੈ ਅਤੇ ਜਦੋਂ ਤਕਰੀਬਨ 10,000 ਹਾਈਟ ਦੇ ਉੱਤੇ ਜਦੋਂ ਵਾਈਫਾਈ ਰਿਲੀਜ਼ ਕਰਦੇ ਆ ਤਾਂ ਅਸੀਂ ਵੀ ਚਲੋ ਜਿੰਨੇ ਦਾ ਖਰਚਾ ਸੀ ਕਿ ਸਾਡਾ ਕੰਮ ਵਾਈਫਾਈ ਤੋਂ ਬਿਨਾਂ ਸਰਦਾ ਨਹੀਂ ਜੀ, ਸੋ ਅਸੀਂ ਲੈ ਲਿਆ। ਐਂਡ ਯਕਦਮ ਜਦੋਂ ਘੰਟੇ ਕੁ ਬਾਅਦ ਫੋਨ ਦੇ ਵਿੱਚ ਜੋ ਵਟਸਐਪ ਦੇ ਵਿੱਚ ਟੈਕਸਟ ਮੈਸੇਜਿਸ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜੋ ਰਾਈਟ ਅਵੇ ਫੋਨ ਸਾਡਾ ਭਰ ਗਿਆ। ਅਤੇ ਪਹਿਲਾਂ ਤਾਂ ਯਕੀਨ ਨਹੀਂ ਹੋਇਆ ਕਿ ਸਾਨੂੰ ਕੀ ਮੈਸੇਜਿਸ ਆਏ ਕਿ ਬਾਈ ਸਿੱਧੂ ਭਾਜੀ ਦੀ ਡੈਥ ਹੋ ਗਈ ਹੈ, ਮੂਸੇ ਵਾਲੇ ਦੀ ਡੈਥ ਹੋ ਗਈ ਹੈ। ਪਹਿਲਾਂ ਤਾਂ ਯਾਰ ਬਲੀਵ ਨਹੀਂ ਹੋਇਆ ਗੱਲਬਾਤ ਨੂੰ ਲੈ ਕੇ, ਪਰੰਤੂ ਫਿਰ ਹੋਰ ਅੰਦਰੋਂ ਵੀਡੀਓਜ਼ ਸਾਹਮਣੇ ਆਈਆਂ ਅਤੇ ਫਿਰ ਰੌਂਗਟੇ ਹਿਲ ਗਏ ਜੀ। ਬਿਕਾਜ਼ ਅਸੀਂ ਮਿਊਜ਼ਿਕ ਦੇ ਫੈਨ ਹੈ ਜੀ, ਅਸੀਂ ਉਹਨਾਂ ਦੇ ਗਾਣੇ ਦੇ ਉੱਤੇ ਵਿਆਹ ਸ਼ਾਦੀ ਫੰਕਸ਼ਨਸ ਜਿੱਥੇ ਉਹਨਾਂ ਦੇ ਗਾਣੇ ਲੱਗਦੇ ਨੇ ਉੱਥੇ ਨੌਜਵਾਨ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਪ੍ਰਾਪਤੀ ਕੀਤੀ ਸਿੱਧੂ ਮੂਸੇਵਾਲੇ ਨੇ ਦੇ ਵਿੱਚ। ਅਤੇ ਕੱਲ੍ਹ ਜੋ ਹਾਦਸਾ ਹੋਇਆ, ਇੱਕ ਇਕੱਲਾ ਮਾਂ ਦਾ ਪੁੱਤ ਵਿਛੜ ਗਿਆ ਇਸ ਸੰਸਾਰ ਤੋਂ, ਬਹੁਤ ਮਾੜਾ ਹੋਇਆ ਜੌਲ ਸਾਹਿਬ। ਐਂਡ ਜਿੱਥੇ ਉਹਨਾਂ ਦੇ ਟੂਰਸ ਵੀ ਉਲੰਭੇ ਗਏ ਸੀ ਜੀ, ਆਰੰਭੇ ਗਏ ਸੀ ਐਂਡ ਬਹੁਤ ਵੱਡੀ ਤਾਦਾਦ ਦੇ ਵਿੱਚ ਬਹੁਤ ਵੱਡਾ ਪੈਸਾ ਖਰਚ ਹੋ ਰਿਹਾ ਸੀ ਇਸ ਸ਼ੋਅ ਨੂੰ ਲੈ ਕੇ, ਐਂਡ ਬਹੁਤ ਮਾੜਾ ਹੋਇਆ ਜੋ ਵੀ ਹੋਇਆ। ਹਾਂ ਬਿਲਕੁਲ ਅਰਸ਼, ਇਹ ਜੋ ਤੁਹਾਡੀਆਂ ਭਾਵਨਾਵਾਂ ਨੈਚੁਰਲੀ ਵੀ ਉਹਨਾਂ ਸਾਰੇ ਲੋਕਾਂ ਦੀਆਂ ਸਿਮਿਲਰ ਫੀਲਿੰਗਸ ਦੇ ਨਾਲ ਇਹ ਸ਼ੇਅਰ ਹੁੰਦੀਆਂ, ਜੋ ਕਿ ਇੱਥੋਂ ਤੱਕ ਕਿ 1 ਅਰਬ ਇਹ ਕਹਿ ਦੇਣਾ ਸੌਖਾ ਹੁੰਦਾ, 1 ਅਰਬ ਵੀ 1 ਬਿਲੀਅਨ ਲੋਕਾਂ ਨੇ ਇੱਥੋਂ ਤੱਕ ਵੀ ਜਾਣੀ ਉਹਨੇ ਰਿਕਾਰਡ ਬਣਾਇਆ ਆਪਣੀ ਜ਼ਿੰਦਗੀ ਦੇ ਵਿੱਚ ਕਿ 27-28 ਸਾਲ ਦੀ ਉਮਰ ਹੁੰਦੀ ਆ। ਇੱਕ ਉਹਦਾ ਵੀਡੀਓ, ਇੱਕ ਉਹਦਾ ਗੀਤ 1 ਅਰਬ ਲੋਕਾਂ ਨੇ ਅਰਾਊਂਡ ਦਾ ਵਰਲਡ ਵਾਚ ਕੀਤਾ ਜੀ। ਸੋ ਹਾਈ। ਹਾਂ, ਸੋ ਕੱਲਾ ਮਤਲਬ ਪੰਜਾਬ ਇੰਡੀਆ ਦੇ ਵਿੱਚ ਹੀ ਨਹੀਂ, ਮਤਲਬ ਇੱਥੇ ਕੈਨੇਡਾ ਵਰਗੇ ਸਾਡੇ ਦੇਸ਼ ਦੇ ਵਿੱਚ ਸਾਡੀ ਇੱਥੋਂ ਦੀ ਬੋਰਨ ਜਨਰੇਸ਼ਨ ਆ ਜਿਹੜੀ ਅਗਲੀ ਹੈ ਨਾ, ਉਹਨਾਂ ਦਾ ਵੀ ਜਾਣੀ ਕਿ ਵੀ ਇੰਨਾ ਲਗਾਓ ਸੀਗਾ। ਤੇ ਵੱਡੀ ਤਾਦਾਦ ਦੇ ਵਿੱਚ ਲੋਕ ਮਤਲਬ ਵੀ ਜਦੋਂ ਉਹ 2016 ਦੇ ਵਿੱਚ ਇੱਥੇ ਸਟੂਡੈਂਟ ਵੀਜ਼ਾ ਤੇ ਆਇਆ ਸੀ ਵੀ ਕਿਸ ਤਰ੍ਹਾਂ ਉਹਨੇ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਇਨਕਲਾਬ ਲਿਆਂਦਾ ਔਰ ਇਹਨੂੰ ਕਹਿ ਲਓ ਵੀ ਨਵੀਆਂ ਪੈੜਾਂ ਲੀਹਾਂ ਤੇ ਵੀ ਪਾਇਆ। ਚਲੋ ਫਿਰ ਇਹੀ ਆ ਵੀ ਹੁਣ ਕ੍ਰਿਟਿਸਿਜ਼ਮ ਵੀ ਨਾਲ ਦੀ ਨਾਲ ਕੰਟਰੋਵਰਸੀਜ਼ ਵੀ ਚੱਲਦੀਆਂ ਰਹਿੰਦੀਆਂ, ਪਰ ਹੁਣ ਯੰਗ ਜਨਰੇਸ਼ਨ ਜਿਹੜੀ ਅੱਜ ਵੀ ਵੱਡੀ ਤਾਦਾਦ ਦੇ ਵਿੱਚ ਉਸ ਨੇ ਆਪਣੇ ਨਾਲ ਜੋੜਨ ਦੇ ਵਿੱਚ ਸਫਲਤਾ ਪ੍ਰਾਪਤ ਵੀ ਕੀਤੀ। ਇੱਥੋਂ ਤੱਕ ਕਿ ਇੱਕ ਜਿਹੜਾ ਉਹਦਾ ਟੂਰ ਹੁੰਦਾ ਸੀਗਾ ਵਿਦੇਸ਼ਾਂ ਦਾ ਜਾਂ ਕਹਿ ਲਓ ਵੀ ਇੱਥੇ US ਕੈਨੇਡਾ ਦਾ, ਉਹਦੀ ਜਿਹੜੀ ਕਮਾਈ ਮਤਲਬ ਇਹ ਦੱਸੀ ਜਾਂਦੀ $2-3 ਲੱਖ ਤੱਕ ਮਤਲਬ ਉਹਨੂੰ ਹੁੰਦੀ ਸੀ, ਜਿੱਥੋਂ ਇਹ ਐਸਟੀਮੇਟ ਕੀਤਾ ਜਾਂਦਾ ਵੀ ਇੱਕ 27 ਸਾਲ ਦਾ ਨੌਜਵਾਨ, ਆਪਾਂ ਕਹਿੰਦੇ ਕੰਮ ਨਹੀਂ ਮਿਲਦਾ ਪੰਜਾਬ ਦੇ ਵਿੱਚ, ਬੇਰੁਜ਼ਗਾਰੀ ਬਹੁਤ ਆ, ਜੇ ਕੁਛ ਕਰ ਸਕਦਾ ਹੋਵੇ ਵਿਅਕਤੀ ਤੇ ਉਹ ਸਾਬਤ ਕਰਦਾ ਹੈ ਕੁਛ ਸੰਭਾਵਨਾਵਾਂ ਹੈਗੀਆਂ ਨੇ। ਜੇ ਤੁਹਾਡੇ ਵਿੱਚ ਕੋਈ ਕਰਨ ਦੀ ਕਲਾ ਹੈਗੀ ਆ, ਜੇ ਤੁਹਾਡੇ ਅੰਦਰ ਕਰਨ ਦੀ ਕੋਈ ਸਕਿੱਲ ਹੈਗੀ ਆ, ਉਹ ਹੁਣ ਐਸੀ ਸਕਿੱਲ ਜਾਣੀ ਉਹਨੇ ਆਪਣੇ 'ਚ ਡਿਵੈਲਪ ਕਰ ਲਈ। ਅਕਾਲ ਪੁਰਖ ਪਰਮਾਤਮਾ ਨੇ ਤਾਂ ਉਹ ਜੋ ਕੁਛ ਪਾਇਆ ਸੋ ਇੱਕ ਵਾਰ ਜੋ ਪਾਤਾ ਉਹ ਪਾਤਾ, ਉਹਨੇ ਡਿਵੈਲਪ ਕਰ ਲਿਆ ਆਪਣੇ ਵਿੱਚ ਇਸ ਚੀਜ਼ ਨੂੰ ਜੀ। 7-8 ਕਰੋੜ ਰੁਪਏ ਤੱਕ 1 ਸਾਲ ਦੀ ਕਮਾਈ ਸੀ ਉਸ ਨੌਜਵਾਨ ਦੀ 27 ਸਾਲ ਦੀ ਉਮਰ ਦੇ ਵਿੱਚ, ਜਿਹੜਾ ਕਿ ਜਸਟ ਇੱਥੇ ਕਿਸੇ ਦਿਨ ਸਟੂਡੈਂਟ ਵੀਜ਼ਾ ਤੇ ਆਇਆ ਸੀਗਾ ਬੈਟਰ ਫਿਊਚਰ ਲਈ ਕੈਨੇਡਾ ਦੇ ਵਿੱਚ, ਫਿਰ ਕੈਨੇਡਾ ਨੂੰ ਛੱਡ ਕੇ ਚਲਾ ਗਿਆ ਉਹ ਜੀ। ਸੋ ਇਸ ਕਰਕੇ ਇਹ ਆ ਵੀ ਇਸ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਵੀ ਕਿੰਨਾ ਕੁਛ ਜਾਣੀ ਕਿ ਉਹਨੇ ਆਪਣੀ ਸਕਿੱਲ ਦੇ ਨਾਲ ਕਰਨ ਦੇ ਵਿੱਚ ਜਿਹੜਾ ਜੀ ਪ੍ਰਾਪਤੀਆਂ ਕੀਤੀਆਂ ਨੇ, ਕਿੱਥੋਂ ਤੱਕ ਉਹ ਨੌਜਵਾਨ ਗਿਆ। ਜਿਸ ਤਰੀਕੇ ਦੇ ਨਾਲ ਹੁਣ ਅੰਤ ਹੋਇਆ ਜੀ ਵੀ ਨਿਰਸੰਦੇਹ ਇਹ ਅਣਕਿਆਸੀ ਘਟਨਾ ਤੇ ਅਸਹਿ ਤੇ ਅਕਹਿ, ਅਸਹਿ ਸਦਮਾ ਅਕਹਿ ਇਸ ਕਰਕੇ ਆ ਵੀ ਜਿੰਨੇ ਮਰਜ਼ੀ ਲਫ਼ਜ਼ ਲੱਭ ਲਓ, ਕਹਾਣੀ ਨੂੰ ਇਸ ਦੇ ਦਰਦ ਨੂੰ ਬਿਰਤਾਂਤ ਕਰਨਾ ਜਿਹੜਾ ਜੀ ਵੀ ਫਿਰ ਵੀ ਅਧੂਰਾ ਰਹੇਗਾ ਜੀ। ਬਿਲਕੁਲ। ਸੋ ਤਦ ਕਰਕੇ ਹੈ ਜੀ ਵੀ ਡੂੰਘੇ ਅਫਸੋਸ ਦਾ ਰੰਜੋ ਗਮ ਦਾ ਪ੍ਰਗਟਾਵਾ ਕਰਦੇ ਹਾਂ ਜੋ ਇਹ ਘਟਨਾ ਵਾਪਰੀ ਆ। ਨਿਰਸੰਦੇਹ ਦੇ ਵਿੱਚ ਲੈਪਸਸ, ਬਾਕੀ ਇੱਥੋਂ ਕੈਨੇਡਾ ਤੱਕ ਜਿਹੜਾ ਲਿੰਕ ਆ ਉਹ ਸਭ ਕੁਝ ਜੋੜਿਆ ਜਾ ਰਿਹਾ, ਜਿਹਨੂੰ ਲੈ ਕੇ ਕਿ ਆਪਣੀ ਕਮਿਊਨਿਟੀ ਦੇ ਮਨਾਂ ਦੇ ਵਿੱਚ ਨੈਚੁਰਲੀ ਚਿੰਤਾ ਦਾ ਮਾਹੌਲ ਵੀ ਆ ਵੀ ਇਹ ਜਿਹੜੇ
ਸਾਡੇ ਇਮੀਗ੍ਰੇਸ਼ਨ ਜਾਂ ਸਾਡੇ ਦੇਸ਼ ਦੀ ਜਾਂ ਸਰਕਾਰਾਂ ਦਾ ਦਾਅਵਾ ਤਾਂ ਇਹ ਆ ਵੀ ਅਸੀਂ ਬੈਸਟ ਟੂ ਬੈਸਟ ਲੈ ਕੇ ਆ ਰਹੇ ਹਾਂ। ਭਾਈ ਜੇ ਤੁਸੀਂ ਬੈਸਟ ਟੂ ਬੈਸਟ ਲੈ ਕੇ ਆ ਰਹੇ ਹੋ ਤੇ ਫਿਰ ਉਹ ਗੈਂਗਸਟਰ ਕਿੱਦਾਂ ਵਿੱਚ ਆ ਰਹੇ ਆ ਨਾ ਜੀ, ਵੀ ਬੈਸਟ ਟੂ ਬੈਸਟ ਦੇ ਵਿੱਚ ਗੈਂਗਸਟਰ ਵੀ ਆਉਂਦੇ ਆ। ਸੋ ਇਹ ਥੋੜਾ ਜਿਹਾ ਹੁਣ ਦੇਖਣਾ ਪਊਗਾ ਵੀ ਕਿਸ ਤਰੀਕੇ ਦੇ ਨਾਲ ਉੱਥੋਂ ਰੇਤ ਮਾਫੀਆ ਜਾਂ ਬਾਕੀ ਸਾਰੇ ਜਦੋਂ ਉਧਰੋਂ ਦੰਦ ਖੱਟੇ ਹੋ ਗਏ ਤੇ ਇੱਥੇ ਦੇ ਜਾਂ ਜਾਣੀ ਪੱਕੀ ਇਮੀਗ੍ਰੇਸ਼ਨ ਉਹਨਾਂ ਦੇ ਜੇਬ ਦੇ ਵਿੱਚ ਕਾਫੀ ਸਾਰੀਆਂ ਨੇ ਕੀਤੀ ਹੋਈ ਹੈ ਵੀ ਉੱਥੇ ਜਦੋਂ ਦੰਦ ਖੱਟੇ ਹੋਏ ਤੇ ਫਿਰ ਇੱਧਰ ਨੂੰ ਭੱਜੋ, ਇੱਧਰੋਂ ਦੰਦ ਖੱਟੇ ਹੋਏ ਤੇ ਕਿਸੇ ਹੋਰ ਪਾਸੇ ਨੂੰ ਭੱਜੋ। ਅਪੀਲ ਪੁਲਿਸ ਨੂੰ ਤਾਂ ਇੱਥੋਂ ਤੱਕ ਕਰ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਵੀ ਇਹ ਮਰਡਰ ਇੱਥੇ ਬ੍ਰੈਂਪਟਨ ਚ ਕਰ ਕੌਣ ਗਿਆ। ਫਿਰ ਇਹ ਆਮ ਤੌਰ ਤੇ ਕਨਸੂਆਂ ਮਿਲਦੀਆਂ ਹੁੰਦੀਆਂ ਜੀ, ਬਿਲਕੁਲ, ਵੀ ਵੈਨਕੂਵਰ ਤੋਂ ਆ ਕੇ ਇੱਥੇ ਓਨਟਾਰੀਓ ਚ ਮਰਡਰ ਹੋ ਜਾਂਦਾ, ਓਨਟਾਰੀਓ ਤੋਂ ਜਾ ਕੇ ਵੈਨਕੂਵਰ ਚ ਮਰਡਰ ਹੋ ਜਾਂਦਾ ਤੇ ਨਾਲ ਹੀ ਪਲੇਨ ਜਾਣੀ ਤਿਆਰ ਹੁੰਦਾ ਵੀ ਫਲਾਈਟ 'ਚ ਬਹਿ ਕੇ ਚੁੱਪ ਕਰਕੇ ਨਿਕਲ ਆਉਣਾ, ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਧਰ ਨੂੰ ਗਿਆ। ਰਾਈਟ। ਸੋ ਬਹੁਤ ਸਾਰੇ ਆਫੀਸਰਸ ਨੂੰ ਜਦੋਂ ਇਹਦੇ ਬਾਰੇ ਪੁੱਛਿਆ ਤੇ ਉਹਨਾਂ ਨੂੰ ਇਸ ਬਾਰੇ ਕੋਈ ਇਦਾਂ ਦੀ ਨੌਲੇਜ ਹੀ ਨਹੀਂ ਸੀ ਵੀ ਇਸ ਥਿਊਰੀ ਤੇ ਅੱਜ ਤੱਕ ਉਹਨਾਂ ਨੇ ਕੰਮ ਹੀ ਨਹੀਂ ਸੀ ਕੀਤਾ। ਸੋ ਥੋੜਾ ਜਿਹਾ ਹੁਣ ਇਹਦੇ ਬਾਰੇ ਹੌਲੀ ਹੌਲੀ ਅਵੇਅਰ ਹੋ ਰਹੇ ਨੇ। ਪਰ ਕੁੱਲ ਮਿਲਾ ਕੇ ਜਾਣੀ ਕਿ ਇਹ ਜਿਹੜੀ ਗੈਂਗਸਟਰ ਭਾਵੇਂ ਕਿ ਉਹ ਮਤਲਬ ਇੱਕ ਕਲਾਕਾਰ ਸੀ, ਉਹਦੀ ਸ਼ਮੂਲੀਅਤ ਗੈਂਗਸਟਰ ਕਿਸੇ ਗੈਂਗ ਦੇ ਵਿੱਚ ਨਹੀਂ ਮਤਲਬ ਸਮਝਿਆ ਜਾਂਦਾ ਵੀ ਸੀਗੀ। ਪਰ ਜਿੱਦਾਂ ਦੀ ਇਹ ਹੁਣ ਮਤਲਬ ਥਿਊਰੀਜ਼ ਪੰਜਾਬ ਪੁਲਿਸ ਦੀਆਂ ਸਾਹਮਣੇ ਆ ਰਹੀਆਂ, ਉਹਦੇ ਫਾਰਮਰ ਮੈਨੇਜਰ ਨੂੰ ਲੈ ਕੇ ਖੇੜਾ ਦੇ ਜਿਹੜਾ ਜੀ ਮਰਡਰ ਨੂੰ ਲੈ ਕੇ ਤੇ ਇਹ ਸਭ ਕੁਝ ਮਤਲਬ ਵੀ ਅਸਿੱਧੇ ਤੌਰ ਤੇ ਗੈਂਗਸਟਰਵਾਦ ਦਾ ਹੀ ਇਹ ਸਿੱਟਾ ਜਿਹੜਾ ਉਹ ਕਿਹਾ ਤੇ ਜ਼ਰੂਰ ਜਾ ਸਕਦਾ, ਕਿਉਂਕਿ ਰਿਸਪੌਂਸਿਬਿਲਿਟੀ ਜ਼ਿੰਮੇਵਾਰੀ ਲੈਣ ਦੀਆਂ ਵੀ ਗੱਲਾਂ ਜਿਹੜੀਆਂ ਆਈਆਂ ਉਹ ਗੈਂਗਸਟਰ ਵੱਲੋਂ ਹੀ ਆ ਰਹੀਆਂ ਹਨਾ। ਜਿਹੜਾ ਕਿ ਇਸ ਮਾਡਰਨ ਟਾਈਮ ਦਾ 80ਵਿਆਂ 90ਵਿਆਂ 70ਵਿਆਂ ਤੋਂ ਪਿਛਲੇ ਦਹਾਕਿਆਂ ਤੋਂ ਬਦਲ ਕੇ ਇੱਕ ਨਵੀਂ ਕਿਸਮ ਦਾ ਟੈਰਰਿਜ਼ਮ ਦੀ ਇੱਕ ਨਵੀਂ ਸ਼ੇਪ ਆ, ਉਹਦਾ ਇੱਕ ਨਵਾਂ ਕਹਿ ਲਓ ਵੀ ਭੱਦਾ ਚਿਹਰਾ ਆ ਇਹ ਗੈਂਗਸਟਰਵਾਦ। ਸੋ ਥੋੜਾ ਜਿਹਾ ਲੱਗ ਰਿਹਾ ਜੀ ਵੀ ਇਹਦੇ ਬਾਰੇ 'ਚ ਜਿੱਥੇ ਉੱਥੇ ਪਹਿਲਾਂ ਪੰਜਾਬ ਦੇ ਵਿੱਚ ਇਹ ਹੁਣ 10-15-20 ਸਾਲਾਂ ਦੇ ਵਿੱਚ ਬਹੁਤ ਪਣ ਪਏ ਆ ਹਨਾ। ਅਕਸਰ ਜਿਹੜੀਆਂ ਸਰਕਾਰਾਂ ਸੀਗੀਆਂ ਉਹ ਫੇਲਿਅਰ ਹੀ ਆ ਉਹਨਾਂ ਦਾ ਜੀ ਇਸ ਤਰ੍ਹਾਂ ਦਾ ਇਹ ਅੱਤਵਾਦ ਦਾ ਕਹਿ ਲਓ ਵੀ ਇਸ ਗੈਂਗਸਟਰਵਾਦ ਦਾ ਭੱਦਾ ਚਿਹਰਾ ਜੇ ਇੰਨਾ ਡਿਵੈਲਪ ਹੋ ਸਕਿਆ, ਜੇਲ੍ਹਾਂ ਦੇ ਵਿੱਚ ਬੈਠ ਕੇ ਵੀ ਉਹ ਕਤਲ ਕਰਵਾ ਸਕਦੇ ਆ ਤੇ ਨਾਕਾਮੀ ਹੁਣ ਮਤਲਬ ਘਰੀਂ ਬੈਠੇ ਲੋਕਾਂ ਦੀ ਥੋੜ੍ਹਾ ਉਹ ਤੇ ਸਰਕਾਰਾਂ ਦੀ ਸੀਗੀ, ਜਿਹੜੇ ਕਹਿ ਰਹੇ ਵੀ ਅਸੀਂ ਉੱਥੇ ਚੋਣ ਹੋ ਕੇ ਜਾ ਕੇ ਬੜਾ ਕਮਾਲ ਕਰਦੇ ਹਾਂ। ਕਮਾਲ ਉਹਨਾਂ ਨੇ ਲੋਕਾਂ ਲਈ ਕੀਤੇ ਆਪਣੇ ਸਾਹਮਣੇ ਹੀ ਆ, ਪਰ ਜਿੰਨੇ ਕੁ ਕਮਾਲ ਉਹਨਾਂ ਨੇ ਆਪਣੇ ਆਪ ਲਈ ਕਰ ਲਏ, ਆਪਣੇ ਘਰ ਭਰਨ ਲਈ, ਆਪਣੇ ਰਿਸ਼ਤੇਦਾਰਾਂ ਦਾ ਕਾਫਲਾ ਵੱਡਾ ਕਰਨ ਲਈ, ਉਹ ਸਭ ਕੁਝ ਲੋਕਾਂ ਨੂੰ ਪਤਾ ਹੀ ਹੈ। ਪਰ ਕੁੱਲ ਮਿਲਾ ਕੇ ਇਹ ਹੈ ਜੀ ਵੀ ਅਖੀਰ ਤੇ ਕਸੂਰ ਕਿਸੇ ਦਾ ਹੁੰਦਾ ਨਹੀਂ, ਪਰ ਇਹ ਜਿਹੜਾ ਜੀ ਵੀ ਏਡਾ ਦੁਖਦਾਈ ਇਹ ਘਟਨਾ ਜਿਹੜੀ ਹੈ ਜੀ ਵੀ ਪਿੰਡਾਂ ਦੀਆਂ ਗਲੀਆਂ ਸੜਕਾਂ ਦੇ ਉੱਤੇ ਵਾਪਰਨਾ ਹਨਾ, ਇਹ ਗੱਲਾਂ ਬੰਬੇ ਵਿੱਚ ਜਾਂ ਕਿਸੇ ਹੋਰ ਦੁਨੀਆ ਦੇ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਤੇ ਸੁਣਿਆ ਹੋਊਗਾ ਵੀ ਜਿਹੜੇ ਉਹ ਇੱਕ ਦੂਜੇ ਦੇ ਨਾਲ ਲੜ ਪਏ ਹਫ਼ਤਾ ਮੰਗਣ ਵਾਲੇ, ਉੱਥੇ ਜਿਹੜੇ ਕਹਿ ਲਓ ਕਿ ਉਹ ਇੱਕ ਦੂਜੇ ਦੇ ਦਾਦੇ ਹੁੰਦੇ ਆ। ਪਹਿਲਾਂ ਉੱਥੇ ਦਾਦਾ ਵਰਲਡ ਬਹੁਤ ਚੱਲਦਾ ਹੁੰਦਾ ਸੀਗਾ ਜੀ ਬੰਬੇ ਦੇ ਵਿੱਚ ਹਨਾ, ਉਸ ਤੋਂ ਬਾਅਦ ਫਿਰ ਬਣਦਿਆਂ ਬਣਾਉਂਦੇ ਜਾਣੀ ਇਹ ਗੈਂਗਸਟਰ ਬਣ ਗਿਆ। ਸੋ ਇਹ ਉਹਨਾਂ ਦੇ ਜਾਣੀ ਗਲੀ ਮੁਹੱਲਿਆਂ ਦੇ ਵਿੱਚ ਇੱਦਾਂ ਜਾਣੀ ਜਦੋਂ ਉਹਨਾਂ ਦੇ ਆਪਸ ਵਿੱਚ ਟਕਰਾਅ ਹੋ ਜਾਣੇ ਤੇ ਬੰਦੇ ਮਰ ਜਾਣੇ, ਕੁੱਟ ਕਟਾਪੇ ਹੋ ਜਾਣੇ। ਪਰ ਇਹ ਤਾਂ ਜਵਾਰ ਕੇ ਪਿੰਡ ਹੁਣ ਨਿੱਕਾ ਜਿਹਾ ਮਤਲਬ ਟਾਊਨ ਹੈ, ਉਸ ਦੀ ਜਾਣੀ ਜੂਹ ਤੇ ਕਹਿ ਲਓ ਵੀ ਇਹ ਜਿਹੜਾ ਜੋ ਘਟਨਾ ਵਾਪਰੀ ਆ ਫਿਲਮੀ ਸੀਨ ਦੇ ਵਿੱਚ ਬਹੁਤ ਦਿਲ ਹਿਲਾਉਣ ਵਾਲੀ ਹੈ। ਸੋ ਬਹੁਤ ਬਹੁਤ ਅਸੀਂ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਹਾਂ, ਸ਼ਰਧਾਂਜਲੀ ਵੀ ਆ ਕਿ ਜਿਸ ਨੌਜਵਾਨ ਨੇ 27 ਸਾਲ ਦੀ ਉਮਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਨੌਜਵਾਨਾਂ ਦੇ ਦਿਲਾਂ ਨੂੰ ਛੂਹਿਆ, ਅਕਸਰ ਦੇ ਵਿੱਚ ਤੇ ਫਿਰ ਉਹਦੇ ਵਿੱਚ ਕੋਈ ਸਮਰੱਥਾ ਸੀਗੀ ਨਾ ਜੀ। ਐਵੇਂ ਨਹੀਂ ਆਪਾਂ ਗੱਲਾਂ ਕਰਦੇ ਜੀ ਕਿ ਮਤਲਬ ਲਿਫਾਫੇਬਾਜ਼ੀ, ਕੋਈ ਨਾ ਕੋਈ ਜੇ ਵਿਅਕਤੀ ਦੇ ਵਿੱਚ ਕਿਸੇ 'ਚ ਕਲਾ ਹੁੰਦੀ ਹੈ ਤੇ ਉਹਨੂੰ 1 ਅਰਬ ਵਿਅਕਤੀ ਤਾਂ ਹੀ ਦੇਖਦਾ ਜੀ। ਇਸ ਧਰਤੀ ਤੇ 7-8 ਅਰਬ ਤਾਂ ਵੈਸੇ ਹੀ ਪਾਪੂਲੇਸ਼ਨ ਟੋਟਲ ਆ ਜੀ। ਬਿਲਕੁਲ ਜੀ, ਬਹੁਤ ਮਾੜਾ ਹੋਇਆ ਜੀ। ਐਂਡ ਪਰਮਾਤਮਾ ਬਸ ਇਹੀ ਹੈ ਕਿ ਜਿਹਨਾਂ ਨੇ ਵੀ ਇੱਕ ਘਟਾਉਣੀ ਹਰਕਤ ਕੀਤੀ ਹੈ ਉਹਨਾਂ ਨੂੰ ਸਜ਼ਾ ਮਿਲੇ। ਐਂਡ ਸਭ ਤੋਂ ਵੱਡਾ ਸਵਾਲ ਜੌਲ ਸਾਹਿਬ ਇਹ ਵੀ ਪੈਦਾ ਹੁੰਦਾ ਹੈ ਕਿ ਜਿਹੜੀ ਸਿਕਿਉਰਿਟੀ ਰੱਦ ਕੀਤੀ ਗਈ ਉਹਨਾਂ ਦੀ, ਕਿ ਉਸ ਟਾਈਮ ਦੇ ਉੱਤੇ ਬਹੁਤ ਸਵਾਲ ਖੜੇ ਹੋ ਰਹੇ ਨੇ ਜੀ। ਅਗੇਨ ਆਲ ਆਰ ਵੈਰੀ ਸਪੈਕੂਲੇਸ਼ਨਸ ਕਿ ਉਦੋਂ ਬੁਲਟ ਪ੍ਰੂਫ ਗੱਡੀ ਜਿਹੜੀ ਉਹ ਚਲਾਉਂਦਾ ਹੁੰਦਾ ਹੀ ਰੋਜ਼, ਉਹ ਕਿਉਂ ਨਹੀਂ ਚਲਾਈ। ਐਂਡ ਦੈਨ ਪੁਲਿਸ ਨੇ ਉਹਨਾਂ ਦੀਆਂ ਸਿਕਿਉਰਿਟੀਜ਼ ਨੂੰ ਵਾਪਸ ਕੀਤਾ। ਸੋ ਬਹੁਤ ਸਾਰੇ ਸਵਾਲ ਨੇ। ਬਸ ਇਹੀ ਆਪਾਂ ਅਰਦਾਸ ਕਰਦੇ ਕਿ ਜੋ ਇਸ ਵੇਲੇ ਪਰਿਵਾਰ ਜਿਸ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਇੱਕ ਚਿੱਠੀ ਲਿਖੀ ਭਗਵੰਤ ਮਾਨ ਨੂੰ ਕਿ ਇਸ ਦੀ ਪੂਰੀ ਜਾਂਚ ਕੀਤੀ ਜਾਵੇ। ਐਂਡ ਬਹੁਤ 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 ਮਾੜਾ ਹੋਇਆ। ਅਸੀਂ ਵੀ 1-2 ਵਾਰ ਬਾਈ ਨੂੰ ਮਿਲੇ ਇੱਥੇ ਜਦੋਂ ਨਵਾਂ ਜਦੋਂ ਉਹਨਾਂ ਦਾ ਤੁਸੀਂ ਕਹਿਣਾ 1 ਅਰਬ ਵਾਲਾ ਗਾਣਾ ਜਦੋਂ ਕਾਫੀ ਹਿੱਟ ਹੋ ਗਿਆ ਸੀ, ਉਸ ਨੂੰ ਵੀ ਨਹੀਂ ਪਤਾ ਸੀ ਕਿ ਗਾਣਾ ਇੰਨਾ ਹਿੱਟ ਹੋਣ ਜਾਣਾ ਸੀ। ਐਂਡ ਉਹਨੂੰ ਲਾਂਚ ਕਰਨ ਵਾਲਾ ਗਿੱਪੀ ਗਰੇਵਾਲ ਉਹਨਾਂ ਦੀ YouTube ਚੈਨਲ ਤੋਂ ਉਹਨਾਂ ਨੇ ਉਹਨੂੰ ਲਾਂਚ ਕੀਤਾ ਮੁੰਡੇ ਨੂੰ। ਐਂਡ ਬਹੁਤ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਂ, ਗਾਣੇ ਜਿੱਦਾਂ ਤੁਸੀਂ ਬੋਲਿਆ ਕਿ ਗਾਣਿਆਂ ਦੇ ਵਿੱਚ ਕੁਛ ਡਬਲ ਮੀਨਿੰਗ ਗੱਲਾਂ ਕਿਹਾ ਜਾਂਦਾ ਸੀ ਬਾਈ, ਬਟ ਲੋਕਾਂ ਨੇ ਉਸ ਨੂੰ ਪਸੰਦ ਕੀਤਾ, ਉਹਨੂੰ ਗਾਂ ਤੱਕ ਲੈ ਕੇ ਗਏ। ਜਦੋਂ ਬੋਲਿਆ ਕਿ
ਇੱਕ ਦਿਨ ਦਾ ਸ਼ੋਅ $2-3 ਲੱਖ ਬਣਾਉਣੇ ਤੇ ਟੂਰ ਸਭ ਤੋਂ ਵੱਡਾ ਹੋਣਾ ਸੀ ਉਹਨਾਂ ਦਾ ਇੱਥੇ ਲੋਕ ਉਡੀਕ ਰਹੇ ਸਨ ਐਂਡ ਸਨੀ ਮੌਲਟਨ ਤੇ ਸਿੱਧੂ ਮੂਸੇਵਾਲਾ ਦਾ ਸ਼ੋਅ ਬਹੁਤ ਵੱਡੇ ਲੈਵਲ ਦੇ ਉੱਤੇ ਹੋਣਾ ਸੀ ਪਰੰਤੂ ਹੁਣ ਟਿਕਟਾਂ ਅਨਫੋਰਚੂਨੇਟਲੀ ਬੰਦ ਹੋ ਚੁੱਕੀਆਂ ਨੇ ਬਿਕਾਜ਼ ਆਫ ਦਿਸ ਇਨਸੀਡੈਂਟ ਪਰੰਤੂ ਜਿੱਥੇ ਆਪਾਂ ਰੰਗਲਾ ਪੰਜਾਬ ਏਸ਼ੀਅਨ ਵਿਜ਼ਨ ਸਾਰੇ ਬਸ ਇਹੀ ਅਰਦਾਸ ਕਰ ਸਕਦੇ ਕਿ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਆ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ। ਹਾਂ ਬਿਲਕੁਲ ਜੀ, ਕੁਝ ਅਰੈਸਟ ਜਿਹੜੀਆਂ ਜੀ ਪੀ ਉਹ ਪੰਜਾਬ ਤੋਂ ਬਾਹਰੋਂ ਹੁਣ ਪੁਲਿਸ ਨੇ ਕੁਝ ਕਰਨ ਦੇ ਵਿੱਚ ਸਕਸੈਸਫੁਲ ਹੋਏ ਵੀ ਨੇ, ਚਲੋ ਇਹਦਾ ਜਿਹੜਾ ਡੀਟੇਲ ਆ ਉਹ ਆ ਜਾਏਗਾ ਜੀ ਬਿਲਕੁਲ ਜੀ। ਪਰ ਹੁਣ ਇੱਕ ਤੇ ਇਹ ਜਿਹੜਾ ਜੀ ਮਿਸਿਸਾਗਾ ਦੇ ਵਿੱਚ ਵੀ ਸ਼ੋਅ ਹੋਣਾ ਸੀਗਾ ਜੁਲਾਈ 23 ਨੂੰ ਅਕਤੂਬਰ ਦੇ ਵਿੱਚ ਹੋਣਾ ਸੀਗਾ ਹਨਾ, ਉਹ ਸਾਰਾ ਕੁਝ ਹੁਣ ਫਿਰ ਟਿਕਟ ਸੇਲ ਜਿਹੜੀ ਉਹਦੇ ਵੈਸੇ ਨਾ RCMP ਜਾਂ ਬਾਕੀ ਜਿਹੜੇ ਉਹਦੇ ਸ਼ੋਅ ਦੇ ਦੌਰਾਨ ਪਿਛਲੀ ਵਾਰੀ ਜੋ ਕੁਝ ਹੋਇਆ ਕੁਛ ਤੇ ਘਟਨਾਵਾਂ ਵਗੈਰਾ ਹੋਈ ਸੀ ਨਾ ਤੇ ਉਹਨੂੰ ਲੈ ਕੇ ਪੁਲਿਸ ਬੜੀ ਖਬਰਦਾਰ ਵੀ ਸੀਗੀ ਸੋ ਹੋ ਸਕਦਾ ਸੀਗਾ ਵੀ ਕੁਝ ਇਸ ਵਾਰ ਪੁਲਿਸ ਵੱਲੋਂ ਜਿਹੜੇ ਮੈਨੇਜਮੈਂਟ ਇਸ ਵੇਲੇ ਉਹ ਸ਼ੋਅ ਦੇ ਆਰਗੇਨਾਈਜ਼ਰਸ ਨੇ ਉਹਨਾਂ ਨੂੰ ਕਿਹਾ ਜਾਂਦਾ ਵੀ ਇੱਦਾਂ ਕਰੋ ਇੱਦਾਂ ਨਾ ਕਰੋ, ਉਹਦੇ ਬਾਰੇ ਵੀ ਜਿਹੜੀਆਂ ਮੀਟਿੰਗਸ ਵਗੈਰਾ ਦਾ ਦੌਰ ਜਾਰੀ ਸੀਗਾ ਪਰ ਕੁੱਲ ਮਿਲਾ ਕੇ ਜਾਣੀ ਕਿ ਉਸ ਤੋਂ ਪਹਿਲਾਂ ਹੀ ਇਹ ਪਾਉਣਾ ਗਿਆ ਹੈ ਵਾਪਰ ਜੀ। ਪਰ ਉਹਨਾਂ ਦੇ ਪਿਤਾ ਜੀ ਨੇ ਜਿਹੜੀਆਂ 3 ਆਪਣੀਆਂ ਗੱਲਾਂ ਚਿੱਠੀ ਦੇ ਵਿੱਚ ਮੇਨ ਕੀਤੀਆਂ ਸੀ ਉਹ ਪੰਜਾਬ ਸਰਕਾਰ ਨੇ ਤਿੰਨੇ ਦੀਆਂ ਤਿੰਨੇ ਹੀ ਮੰਨ ਲਈਆਂ ਜੀ ਤੇ ਜਿਹੜੀ ਇਨਕੁਆਇਰੀ ਆ ਉਹ ਵੀ ਹਾਈ ਕੋਰਟ ਦੇ ਜੱਜ ਦੀ ਅਗਵਾਈ ਦੇ ਵਿੱਚ ਜਿਹੜੀ ਅੱਜ ਆਰਡਰ ਕਰ ਦਿੱਤੀ ਗਈ ਆ। ਇਹਦੇ ਨਾਲ ਹੀ ਤੇ ਕੱਲ ਵੀ ਅਸੀਂ ਚਾਵਲਾ ਜੀ ਗੱਲ ਕਰ ਰਹੇ ਸੀ ਅਰਸ਼ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਕਿ ਉਹ ਆਪਾਂ ਗੱਲ ਸਦਾ ਕਰਦੇ ਹੁੰਦੇ ਵੀ ਪੰਜਾਬੀਆਂ ਦਾ ਇੱਕ ਬੜਾ ਸੁਭਾਅ ਹੈ ਜੀ, ਬਠਿੰਡੇ ਵਾਲੇ ਕਹਾਵਤ ਵੀ ਬਣੀ ਹੋਈ ਆ ਵੀ ਰਫਲਾਂ ਰੱਖਣ ਦੇ ਸ਼ੌਂਕੀ ਹਨਾ, ਵੀ ਇਹ ਰਫਲਾਂ ਇਹ ਪਿਸਤੌਲ ਤੁਹਾਡੇ ਆਪਣੇ ਹਥਿਆਰ ਜਦੋਂ ਲੋੜ ਪਵੇ ਫਿਰ ਤੁਹਾਡੀ ਜਾਨ ਬਚਾਉਂਦੇ ਵੀ ਆ ਜਾਣੀ ਤੁਹਾਨੂੰ ਕੰਮ ਵੀ ਦਿੰਦੇ ਆ। ਉਹਦੇ ਕੋਲ ਪਿਸਤੌਲ ਸੀ ਉਸ ਵੇਲੇ, ਸਿੱਧੂ ਮੂਸੇਵਾਲਾ ਦੇ ਕੋਲ ਆਪਣਾ ਪਿਸਤੌਲ ਸੀਗਾ ਉਸ ਵੇਲੇ ਪਰ ਨਹੀਂ ਚਲਾਉਣ ਦਾ ਮੌਕਾ ਮਿਲਿਆ ਕਿਉਂਕਿ ਅੱਗੋਂ ਮਸ਼ੀਨ ਗੰਨਾਂ ਜਾਂ ਹੋਰ ਵੱਡੇ ਹਥਿਆਰ ਆ ਗਿਆ ਹਨਾ। ਦੂਸਰਾ ਤੁਸੀਂ ਆ ਬੁਲਟ ਪ੍ਰੂਫ ਗੱਡੀ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਕਿੰਨੇ ਲੋਕ ਆ ਜਿਹਨਾਂ ਕੋਲ ਬੁਲਟ ਪ੍ਰੂਫ ਗੱਡੀ ਆ ਤੁਸੀਂ ਇਹ ਦੇਖੋ। ਅੱਛਾ ਜਿਹਦੇ ਕੋਲ ਜੇ ਸੀਗੀ ਤਾਂ ਉਸ ਵੇਲੇ ਜਦੋਂ ਆਈ ਸੀ ਜਾਂ ਭਾਣਾ ਵਾਪਰਨਾ ਸੀ ਜਾਂ ਜੋ ਵੀ ਉਹ ਸਾਰਾ ਪਲਾਟ ਸੀਗਾ ਸਕੀਮ ਸੀ ਤੇ ਉਹ ਨਾਲ ਨਹੀਂ ਲੱਗ ਕੇ ਉਹ ਗੱਡੀ ਵੀ ਘਰੇ ਦੀ ਘਰੀ ਖੜੀ ਆ। ਹੁਣ ਬੰਦਾ ਚਲਾ ਗਿਆ ਜਿਹਨੇ ਗੱਡੀ ਉਹ ਬੁਲਟ ਪ੍ਰੂਫ ਆਪਣੀ ਸੇਫਟੀ ਵਾਸਤੇ ਖਰੀਦੀ ਸੀ ਉਹ ਵੀ ਇੱਕ ਤਰ੍ਹਾਂ ਹਥਿਆਰ ਹੀ ਹੋ ਗਿਆ ਆਪਣੀ ਜਾਨ ਬਚਾਉਣ ਵਾਸਤੇ, ਉਹਨੇ ਵੀ ਉਸ ਵੇਲੇ ਕੰਮ ਨਹੀਂ ਦਿੱਤਾ। ਸੋ ਤਦ ਕਰਕੇ ਇਹ ਜਿਹੜੀ ਇਹ ਹਥਿਆਰਾਂ ਦੀ ਦੌੜ ਆ ਨਾ ਇਹ ਜ਼ਰੂਰ ਰਿਵਿਊ ਕਰ ਲਿਆ ਜਾਵੇ ਵੀ ਅਸੀਂ ਡੱਬ ਵਿੱਚ ਚਾਕੂ ਡੱਬ 'ਚ ਪਿਸਤੌਲ ਵੀ ਤੁਹਾਨੂੰ ਇਹ ਮੌਕੇ ਤੇ ਕਦੀ ਕੰਮ ਵੀ ਆਉਂਦਾ। ਇਹ ਅੱਜ ਵੀ ਹੁਣ ਜਦੋਂ ਉਹਨੂੰ ਕੱਲ ਤੋਂ ਲਾਸ਼ ਨੂੰ ਹੀ ਕਹਿ ਲਓ ਬਾਹਰ ਕੱਢਿਆ ਗਿਆ ਉਸ ਵੇਲੇ ਗੱਡੀ ਦੇ ਵਿੱਚੋਂ ਤੇ ਮਗਰੋਂ ਜਿੱਥੇ ਕਿਤੇ ਪੁਲਿਸ ਪਹੁੰਚੀ ਆ ਤੇ ਉਹ ਜਿੱਥੇ ਮਤਲਬ ਪੈਰਾਂ ਦੇ ਵਿੱਚ ਉਹਦੇ ਡਿੱਗਿਆ ਹੋਇਆ ਪਿਸਤੌਲ ਮਿਲਿਆ ਕਿਤੇ ਉਹਨੇ ਕੋਸ਼ਿਸ਼ ਕੀਤੀ 1-2 ਵਾਰੀ ਚਲਾਉਣ ਦੀ ਪਰ ਨਹੀਂ ਬਾਤ ਚੱਲੀ ਕਿਉਂਕਿ ਅੱਗੇ ਵਾਛੜੀ ਜਿਹੜੀ ਆ ਡਰਾਈਵਰ ਹੀ ਉਹ ਸੀਗਾ ਉਸ ਵੇਲੇ ਗੱਡੀ ਚਲਾਉਂਦਾ ਤੇ ਡਰਾਈਵਰ ਸਾਈਡ ਤੇ ਜਾਣੀ ਉਹ ਵਾਛੜਾ ਜਿਹੜੀ ਗੋਲੀਆਂ ਦੀ ਹੋਈ ਆ ਸੋ ਉਹਨੂੰ ਕੋਈ ਮੌਕਾ ਹੀ ਜਿਹੜਾ ਉਹ ਨਹੀਂ ਦਿੱਤਾ ਗਿਆ ਟੀਮ ਦੇ ਮੁਤਾਬਕ। ਸੋ ਇਹ ਹੈ ਜੀ ਵੀ ਜੋ ਵੀ ਉਹਨੇ ਆਪਣੇ ਪ੍ਰਬੰਧ ਸੇਫਟੀ ਵਾਸਤੇ ਸੁਰੱਖਿਆ ਵਾਸਤੇ ਕੀਤੇ ਸੀਗੇ ਉਹ ਅਖੀਰ ਤੇ ਕਿਸੇ ਕੰਮ ਨਹੀਂ ਆਏ, ਕਿਸੇ ਹਥਿਆਰ ਨੇ ਨਹੀਂ ਉਹਨੂੰ ਬਚਾਇਆ, ਕਿਸੇ ਬੋਡੀਗਾਰਡ ਨੇ ਨਹੀਂ ਬਚਾਇਆ। ਦੂਸਰਾ ਇਹ ਆ ਜੀ ਕਿ ਇਹਦੇ ਵਿੱਚ ਅਨਾੜੀਪੁਣਾ ਤੇ ਆਪਾਂ ਪੰਜਾਬ ਸਰਕਾਰ ਦਾ ਵੀ ਸਮਝਾਂਗੇ ਕਿ ਵੀ ਜਿਨ੍ਹਾਂ ਨੇ ਜੇ ਸਿਕਿਉਰਿਟੀ ਸਰਕਾਰਾਂ ਪਿੱਛੇ ਚੁੱਪ ਕਰਕੇ VIP ਨੂੰ ਦਿੰਦੀਆਂ ਰਹੀਆਂ ਤੇ ਉਹਦੀ ਕਦੀ ਕੋਈ ਸੁਰਖੀ ਕੋਈ ਖਬਰ ਨਹੀਂ ਸੀ ਬਣੀ ਕਿ ਫਲਾਣੇ ਨੂੰ ਸਿਕਿਉਰਿਟੀ ਦੇਤੀ ਜੀ। ਏਦਾਂ ਹੀ ਜੇ ਹਟਾਉਣੀ ਸੀ ਤੇ ਇੰਨੇ ਸੈਂਸਿਟਿਵ ਇਸ਼ੂ ਤੇ ਨੰਬਰ ਬਣਾਉਣ ਖਬਰਾਂ ਬਣਾਉਣ ਦੀ ਦੌੜ ਵਿੱਚ ਨਹੀਂ ਸੀ ਪੈਣਾ ਚਾਹੀਦਾ, ਉਹ ਲਿਸਟ ਨਹੀਂ ਲੀਕ ਹੋਣੀ ਚਾਹੀਦੀ ਸੀ ਮੀਡੀਆ ਤੱਕ ਕਿ ਅਸੀਂ ਕਿਹਦੀ ਸਿਕਿਉਰਿਟੀ ਘਟਾ ਦਿੱਤੀ ਆ। ਬਿਲਕੁਲ ਹੁਣ DGP ਭਾਵੇਂ VK ਭਾਵੇਂ ਅੱਜ ਕਹਿ ਰਹੇ ਆ ਜੀ ਕਿ ਅਸੀਂ ਇਹ ਜਦੋਂ ਘੱਲੂਘਾਰਾ ਹਫਤਾ ਆਉਂਦਾ ਜੂਨ ਦੇ ਵਿੱਚ ਹਰ ਵਾਰੀ VIPs ਦੀ ਜਿਹੜੀ ਸਿਕਿਉਰਿਟੀ ਕਰਦੇ ਆ ਹਨਾ, ਪਰ ਇਹਦੀਆਂ ਕਦੀ ਖਬਰਾਂ ਛਪੀਆਂ ਸੀ ਨਾ ਯੂ ਰਾਈਟ ਹਨਾ। ਤੋ ਇਸ ਕਰਕੇ ਵੀ ਜੇ ਹੁਣ ਹਰ ਵਾਰੀ ਕਟੌਤੀਆਂ ਕਰ ਰਹੇ ਆ ਪਿਛਲੇ 35 ਸਾਲਾਂ ਤੋਂ ਜਾਂ ਜਦੋਂ ਤੋਂ ਵੀ ਤੇ ਐਤਕੀ ਵੀ ਕੀਤੀ ਸੀ ਤੇ ਵੀ ਜੇ ਉਹ ਐਸ ਪਰ ਪ੍ਰੋਸੀਜਰ ਹੀ ਸੀਗਾ ਹਰ ਸਾਲ ਹੁੰਦਾ ਤੇ ਇਸ ਵਾਰ ਉਹ ਸੁਰਖੀਆਂ ਕਿਉਂ ਬਣੀਆਂ। ਸੋ ਇਹਦੇ ਵਿੱਚ ਮੈਂ ਸਮਝਾਂਗਾ ਵੀ ਇਹ ਅਨਾੜੀ ਸਵਾਲ ਹੈ, ਏਦਾਂ ਨਹੀਂ ਸੀ ਹੋਣਾ ਚਾਹੀਦਾ। ਇਹਦੇ ਤੇ ਵੀ ਜ਼ਰੂਰ ਬਕਾਇਦਾ ਰਿਵਿਊ ਹੋਣਾ ਚਾਹੀਦਾ ਵੀ ਏਦਾਂ ਕਿਉਂ ਹੋਇਆ, ਕਿੱਥੋਂ ਇਹ ਜਿਹੜੀ ਲਿਸਟ ਲੀਕ ਹੋਈ ਆ ਤੇ ਇਹਦੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਵੀਂ ਸਰਕਾਰ ਜਿਹੜੀ ਬਣੀ ਹੋਈ ਹੈ ਨੈਚੁਰਲੀ ਆ ਜਿਸ ਤਰ੍ਹਾਂ ਨਾ ਹਰ ਇਨਸਾਨ ਅਰਸ਼ ਆਪਣੇ ਜੀਵਨ ਦੇ ਵਿੱਚ ਕੁਝ ਕੰਮ ਕਰਦਾ ਹੈ ਤੇ ਉਹਦੇ ਨਾਲ ਫਿਰ ਉਕਤਾਈਆਂ ਭੁੱਲਾਂ ਵੀ ਹੋ ਜਾਂਦੀਆਂ ਹਨ। ਬਿਲਕੁਲ ਸੋ ਹੋ ਸਕਦਾ ਜਾਣੀ ਇਹਦੇ ਵਿੱਚ ਉਹ ਕਾਹਲੀ ਦੇ ਵਿੱਚ ਨੰਬਰ ਬਣਾਉਣ ਦੇ ਅਨਾੜੀਪੁਣੇ ਦੇ ਚੱਕਰ ਦੇ ਵਿੱਚ ਪੈ ਗਏ ਹੋਣ ਕਿਉਂਕਿ ਨਹੀਂ ਸੀ ਹੋਣਾ ਚਾਹੀਦਾ। ਇਹਦੇ ਤੋਂ ਹੋਪਫੁਲੀ ਆਉਣ ਵਾਲੇ ਸਮੇਂ ਲਈ ਕੋਈ ਵੱਡਾ ਸਬਕ ਹੈ ਜਿਹੜਾ ਪੰਜਾਬ ਸਰਕਾਰ ਸਿੱਖਣਗੇ ਜੀ। ਜੋ ਹੋਇਆ ਬਹੁਤ ਮਾੜਾ ਹੋਇਆ ਐਂਡ ਆਉਣ ਵਾਲੇ ਟਾਈਮ ਦੇ ਵਿੱਚ ਕੀ ਪਤਾ 1-2 ਘੰਟੇ ਦੇ ਵਿੱਚ ਅਜਿਹੀ ਖਬਰਾਂ ਵੀ ਸਾਹਮਣੇ ਆ ਜਾਣ
ਕਿ ਕੀ ਕੁਛ ਵਾਪਰਿਆ, ਕੀ ਕੁਛ ਹੋਇਆ। ਸੋ ਬਸ ਆਪਾਂ ਇਹੀ ਅਰਦਾਸ ਕਰਦੇ ਹਾਂ ਕਿ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ, ਐਂਡ ਪਰਿਵਾਰ ਨੂੰ ਇੰਨੀ ਕੁ ਸ਼ਕਤੀ ਦੇਵੇ ਕਿ ਬਿਕੋਜ਼ ਕੱਲਾ ਮਾਂ ਦਾ ਪੁੱਤ ਸੀ ਜੀ, ਕਮਾਉਣ ਵਾਲਾ, ਘਰ ਦੇ ਵਿੱਚ ਬਹੁਤ ਵੱਡਾ ਮਹਿਲ ਬਣਾ ਰਿਹਾ ਸੀ ਸਿੱਧੂ ਮੂਸੇਵਾਲਾ, ਐਂਡ ਜਿੱਥੇ ਉਹਨਾਂ ਦਾ ਟੂਰ ਵੀ ਸੀ, ਪਰੰਤੂ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਐਂਡ ਇੱਕ ਨੌਜਵਾਨ ਚੜ੍ਹਦਾ ਕਲਾਕਾਰ ਸਾਡੇ ਤੋਂ ਹੁਣ ਵਿਛੜ ਗਿਆ ਜੀ। ਪਰੰਤੂ ਆਪਾਂ ਇਹੀ ਇੱਕ ਵਾਰੀ ਫਿਰ ਤੋਂ ਬਸ ਇਹੀ ਅਰਦਾਸ ਕਰਦੇ ਕਿ ਜਿਨ੍ਹਾਂ ਨੇ ਵੀ ਇਹ ਘਟਨਾਵਾਂ ਕੀਤੀਆਂ ਉਹਨਾਂ ਨੂੰ ਕੜੀ ਤੋਂ ਸਜ਼ਾ ਮਿਲੇ। ਸਤਿ ਸ਼੍ਰੀ ਅਕਾਲ ਜੀ ਕਾਲਰ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਦੇਖੋ ਜੀ, ਹੁਣ ਬਹੁਤ ਮਾੜੀ ਗੱਲ ਹੋਈ ਆ, ਜੋ ਵੀ ਹੋਇਆ ਭਾਣਾ ਹੋਣਾ ਨਹੀਂ ਚਾਹੀਦਾ, ਪਰ ਇਹ 'ਚ ਹੁਣ ਕਈ ਸਵਾਲ ਵੀ ਉੱਠਦੇ ਨੇ ਰਾਈਟ। ਹੁਣ ਵੀ ਜਿਵੇਂ ਉਹਨਾਂ ਨੇ ਆਪਣੀ ਬੁਲਟ ਪ੍ਰੂਫ ਕਾਰ ਲਈ ਜਾਂ ਜੋ ਰਾਈਟ ਚੀਜ਼ਾਂ ਲਈਆਂ, ਵੀ ਇਹ ਕਾਹਦੀ ਲੋੜ ਸੀ, ਕਾਹਤੇ ਲੋੜ ਪਈ ਉਹਨੂੰ ਇਹਨਾਂ ਚੀਜ਼ਾਂ ਦੀ, ਰਾਈਟ। ਦੂਸਰਾ ਜਿਹੜਾ ਹੁਣ ਗੌਰਮੈਂਟ ਨੇ ਸਿਕਿਉਰਿਟੀ ਹਟਾਈ ਆ, ਉਹ ਆਪਾਂ ਕਹਿ ਦਿੰਦੇ ਵੀ ਹੁਣ ਦੱਸਣਾ ਨਹੀਂ ਚਾਹੀਦਾ ਸੀ। ਹੁਣ ਜਿਹੜੀ ਦੂਜੀਆਂ ਪਹਿਲੀਆਂ ਗੌਰਮੈਂਟਾਂ ਜਿਨ੍ਹਾਂ ਦੇ ਨਲਾਇਕੀ, ਜਿਨ੍ਹਾਂ ਕਰਕੇ ਇੰਨਾ ਕਰਜ਼ਾ ਕੰਟਰੀ ਤੇ ਚੜ੍ਹਿਆ ਵਾ, ਆਪਣੇ ਸਟੇਟ ਤੇ, ਉਹਦੇ ਹੁਣ ਲੋਕਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਹਾਂ ਦੇਖੋ ਜੀ ਇਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ, ਅਸੀਂ ਆਹ ਗਲਤੀ ਉਹਨਾਂ ਦੀ ਇਹਨੂੰ ਇੱਧਰ ਕੀਤਾ, ਉਹਨੂੰ ਠੀਕ ਕੀਤਾ ਜਾਂ ਕਿਵੇਂ ਕੀਤਾ। ਇਹ ਦੋਨੇ ਪਾਸੇ ਗੱਲਾਂ ਜਾਂਦੀਆਂ ਜੀ, ਦੱਸਣਾ ਵੀ ਚਾਹੀਦਾ, ਨਹੀਂ ਵੀ ਦੱਸਣਾ ਚਾਹੀਦਾ ਜੀ। ਬਾਕੀ ਜਿਹੜੀ ਤਰੀਕ ਤੁਹਾਡੀ ਉੱਪਰੋਂ ਲਿਖੀ ਹੋਈ ਹੈ ਨਾ, ਉਹਨੂੰ ਕੋਈ ਮੇਟ ਨਹੀਂ ਸਕਦਾ ਜੀ। ਬਾਕੀ ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ ਕਾਲਰ, ਥੈਂਕ ਯੂ ਸੋ ਮਚ ਜੀ। ਉਹ ਫਿਰ ਦੇਖੋ ਜੀ ਵੀ ਗੱਲ ਆ ਵੀ ਕਹਿੰਦੇ ਨਾ ਉਹਦੀ ਮਰਜ਼ੀ ਬਿਨਾਂ ਪੱਤਾ ਵੀ ਨਹੀਂ ਝੁਲਦਾ। ਤੇ ਫਿਰ ਬਾਣੀ ਚ ਇਹ ਆ ਵੀ ਕਰ ਦੇਖੇ ਸਿਰਜਣਹਾਰ, ਕਰ ਦੇਖੇ ਸਿਰਜਣਹਾਰ। ਪਰ ਜੋ ਕੁਝ ਜ਼ਿੰਦਗੀ ਦੇ ਵਿੱਚ ਫਿਰ ਇੱਥੇ ਨੈਗੇਟਿਵ ਆਪਾਂ ਦੇਖਦੇ ਹਾਂ। ਹੁਣ ਜੂਨਾਂ ਤੇ ਕਹਿੰਦੇ ਜੀ 84 ਲੱਖ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬਾਂ ਦੇ ਇਹ ਵਿਸ਼ਵਾਸ ਆ ਵੀ ਇਹ ਮਤਲਬ ਕਹਿ ਕੇ ਗਏ ਆ ਵੀ ਜੂਨਾਂ ਦੇ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ ਨਾ। 84 ਲੱਖ ਜੂਨਾਂ ਤੇ ਹੋਰ ਕਿਹੜੀ ਜੂਨ ਆ ਜਿਹੜੀ ਜਾਣੀ ਕਿ ਇਸ ਤਰੀਕੇ ਦੇ ਨਾਲ ਤਰਥੱਲੀ ਧਰਤੀ ਤੇ ਮਚਾਈ ਹੋਈ ਆ, ਜਿਹੜੀ ਕਿ ਮਨੁੱਖਾਂ ਨੇ ਮਚਾਈ ਹੋਈ ਆ, ਹਨਾ। ਸੋ ਇਹਦੇ ਵਿੱਚ ਵੀ ਹੁਣ ਇਹ ਆ, ਮੈਂ ਸਮਝਾਂਗਾ ਵੀ ਸਾਡਾ ਜਿੱਥੇ ਆਪਣੇ ਕੋਈ ਚੰਗੇ ਕੰਮ ਕੀਤੇ ਲਈ ਸ਼ਾਬਾਸ਼ ਲੈਣ ਨੂੰ ਬਹੁਤ ਦਿਲ ਕਰਦਾ ਹਨਾ, ਪਰ ਉਹਦੇ ਨਾਲ ਹੀ ਵੀ ਜਾਣੀ ਜਿਹੜੀ ਅਸੀਂ ਗਲਤੀ ਉਕਤਾਈ ਵੀ ਕਰ ਬੈਠੀਏ ਤੇ ਉਹ ਵੀ ਸਿਰ ਨਵਾ ਕੇ ਸਾਨੂੰ ਮੰਨੇ ਹੀ ਲੈਣੀ ਚਾਹੀਦੀ ਹੈ। ਵੀ ਬਹੁਤ ਵੱਡੀ ਬਹਾਦਰੀ ਹੁੰਦੀ ਆ, ਨਾ ਕਿ ਅਸੀਂ ਆਪਣੀਆਂ ਗਲਤੀਆਂ ਤੇ ਪਰਦੇ ਪਾ ਕੇ ਉਹਨੂੰ ਜਸਟੀਫਾਈ ਕਰੀਏ। ਠੀਕ ਆ। ਸੋ ਜੇ VIP ਨੂੰ ਸਿਕਿਉਰਿਟੀ ਦੇਣਾ ਹੈਡਲਾਈਨ ਸੁਰਖੀ ਨਹੀਂ, ਤੇ ਉਹਦੀ ਸਿਕਿਉਰਿਟੀ ਲੈਣਾ ਵੀ ਹੈਡਲਾਈਨ ਤੇ ਸੁਰਖੀ ਨਹੀਂ ਹੈਗਾ। ਹਿਸਾਬ ਕਿਤਾਬਾਂ 'ਚ ਕਰੀ ਚੱਲੋ, ਕੋਈ ਗੱਲ ਨਹੀਂ, ਕੋਈ ਰੋਕਦਾ ਥੋੜਾ ਵੀ ਹਿਸਾਬ ਕਿਤਾਬ ਨਾ ਕਰੋ। ਇਹ ਐਨੂਅਲ ਬਜਟ ਵਿੱਚ ਤੁਸੀਂ ਦੱਸ ਸਕਦੇ ਹਾਂ ਵੀ ਸਿਕਿਉਰਿਟੀ ਤੋਂ ਅਸੀਂ ਇੰਨਾ ਬਚਾਇਆ ਜੀ। ਗੱਲ ਤੇ ਹੈ ਵੀ ਸਿਕਿਉਰਿਟੀ ਹਜੇ ਤਾਂ ਉਹ ਆਰਡਰ ਜਾਣੇ ਆ ਜਾਂ ਹੌਲੀ ਉਹ ਕਹਿ ਲਓ ਵੀ ਪੁਲਿਸ ਮੁਲਾਜ਼ਮ ਵਾਪਸ ਥਾਣਿਆਂ ਦੇ ਵਿੱਚ ਪਹੁੰਚੇ ਵੀ ਨਹੀਂ, ਤੇ ਉਹ ਅਖਬਾਰਾਂ ਤੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਪਹਿਲਾਂ ਹੀ ਬਣ ਗਿਆ ਵੀ ਅਸੀਂ ਕੱਟਤੀ 424 ਦੀ। ਬਿਲਕੁਲ। ਸੋ ਇਹ ਅਨਾੜੀਪੁਣਾ ਆ, ਇਹ ਗਲਤੀ ਆ। ਇਸ ਗਲਤੀ ਨੂੰ ਖੁੱਲੇ ਮਨ ਨਾਲ ਮੰਨ ਲੈਣਾ ਚਾਹੀਦਾ ਤੇ ਪਹਿਲਾਂ ਨਹੀਂ ਤਾਂ ਫਿਰ ਜੋ ਉਹ ਅਕਾਲੀ ਕਾਂਗਰਸ ਇੱਥੇ ਮਤਲਬ ਕਰਦੇ ਸੀ ਵੀ ਗੱਲ ਹੀ ਨਹੀਂ ਕਰਨ ਦੇਣੀ, ਅਸੀਂ ਆਪਣੇ ਖਿਲਾਫ ਕਿਸੇ ਮਤਲਬ ਕੋਈ ਨੈਗੇਟਿਵ ਗੱਲ ਹੀ ਨਹੀਂ ਸੁਣ ਸਕਦੇ, ਤੇ ਅਸੀਂ ਆਪਣੀ ਭੁੱਲ ਵੀ ਨਹੀਂ ਮੰਨਣੀ। ਸੋ ਇਹ ਢੀਠਤਾਈ ਜੇ ਉਹਨਾਂ ਨੂੰ ਮਹਿੰਗੀ ਪਈ ਆ, ਤੇ ਨੈਚੁਰਲੀ ਫਿਰ ਇਸ ਪਾਰਟੀ ਦੇ ਵਿੱਚ ਜਿਹੜੇ ਲੋਕ ਹੈਗੇ ਆ ਵੀ ਇੱਦਾਂ ਉਹਨਾਂ ਨੇ ਗਲਤੀਆਂ ਤੇ ਪਰਦੇ ਪਾਉਣੇ ਆ, ਤੇ ਫਿਰ ਮਹਿੰਗੀ ਤੇ ਸਮੇਂ ਦੇ ਅਨੁਸਾਰ ਲੋਕਤੰਤਰ ਦੇ ਵਿੱਚ ਲੋਕ ਵੱਡੀ ਸ਼ਕਤੀ ਆ ਜੀ। ਜੀ ਜੋਲ ਸਾਹਿਬ, ਲਾਸਟ ਕਾਲ ਫਿਰ ਆਪਾਂ ਵਾਈਂਡ ਅਪ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਜੋਲ ਸਾਹਿਬ ਦੋਨੋਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੋ ਹੋਇਆ ਜੀ ਬਹੁਤ ਮਾੜਾ ਹੋਇਆ। ਦੇਖੋ ਅਸੀਂ ਭਾਵੇਂ ਸੁਣਦੇ ਨਹੀਂ ਸੀ, ਉਹਨੂੰ ਨਹੀਂ ਚੰਗਾ ਲੱਗਦਾ ਸੀ, ਪਰ ਕਿਸੇ ਦਾ ਪੁੱਤ ਮਾਰਨਾ ਤਾਂ ਮਾੜੀ ਗੱਲ ਹੈ ਨਾ, ਕਿਸੇ ਨਾਲ ਵਿਚਾਰ ਨਹੀਂ ਮਿਲਦੇ। ਪਰ ਦੂਸਰੀ ਗੱਲ, ਕੱਲ੍ਹ ਦੀਆਂ ਖਬਰਾਂ ਸੁਣ ਕੇ ਹੋਰ ਮਨ ਪਰੇਸ਼ਾਨ ਹੋਇਆ ਕਿ ਸਾਰਾ ਜੋ ਵੀ ਨੈਟਵਰਕ ਚੱਲਦਾ ਜਿਹੜਾ ਗੈਂਗਸਟਰ ਦਾ, ਸਾਰਾ ਕੈਨੇਡਾ ਤੋਂ ਚੱਲਦਾ ਹੈ। ਉਹ ਜ਼ਿਆਦਾ ਆ ਕਿ ਅੱਗੇ ਦੁਬਈ ਸੁਣਦੇ ਸੀ, ਮਤਲਬ ਇਹ ਹੱਬ ਬਣ ਰਹੀ ਆ, ਉਹ ਜ਼ਿਆਦਾ ਚਿੰਤਾ ਦਾ ਕਾਰਨ ਹੈ। ਔਰ ਤੀਸਰਾ ਇਹ ਆ ਕਿ ਆਖਿਰਕਾਰ ਉਹ ਜਿਸ ਟਾਈਮ ਤੱਕ ਘਰੋਂ ਨਿਕਲਿਆ, ਕਿ ਉਹ ਵੀ ਤਾਂ ਪਹਿਲਾਂ ਤਿਆਰ ਹੋ ਕੇ ਨਿਕਲਿਆ, ਕਿਸੇ ਨੇ ਘਰ ਦੇ ਵਿੱਚ ਹੀ ਉਹਦੇ ਕਹਿੰਦੇ ਸਾਡਾ ਨਜ਼ਦੀਕੀ ਹੋਈ ਕੋਈ ਇਨਫੋਰਮੇਸ਼ਨ ਦਿੱਤੀ ਉਹਦੇ ਵੀ ਏਦਾਂ ਗਿਆ ਹੈ। ਇਹ ਤਾਂ ਹੈ ਨਹੀਂ ਕਿ ਹਰ ਵੇਲੇ ਉਹ ਮਤਲਬ ਹਰ ਵੇਲੇ ਘਰ ਦੇ ਖੜੇ ਨੂੰ ਨੀਚੇ ਟਰੈਕ ਕਰਦੇ ਸੀ ਉਹ। ਜੀ ਬਿਲਕੁਲ। ਇਹਦੇ ਬਾਰੇ ਕੀ ਵਿਚਾਰ ਜੋਲ ਸਿੰਘ? ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਹਾਂ ਨਹੀਂ ਦੇਖੋ, ਬਹੁਤ ਸਾਰੀਆਂ ਚੀਜ਼ਾਂ ਥਿਊਰੀਜ਼ ਤੇ ਹੁਣ ਪੁਲਿਸ ਕੰਮ ਕਰ ਰਹੇ ਨੇ, ਇਨਵੈਸਟੀਗੇਸ਼ਨ ਆ, ਸਭ ਕੁਝ ਚੱਲ ਰਿਹਾ। ਅਸੀਂ ਇੱਥੇ ਦੂਰ ਬੈਠੇ ਕੁਝ ਚੀਜ਼ਾਂ ਅਜ਼ਿਊਮ ਕਰੀ ਚੱਲੀਏ, ਡਜ਼ ਨਾਟ ਮੇਕ ਐਨੀ ਸੈਂਸ। ਬਿਲਕੁਲ ਜੀ, ਬਿਲਕੁਲ। ਵੀ ਉਹ ਹੁਣ ਕਹਿ ਰਹੇ ਜੀ ਵੀ ਕੋਈ ਬੰਦਾ ਆਇਆ ਸੀ ਫੋਟੋ ਖਿਚਾਉਣ ਬਾਰੇ, ਉਹਨੇ ਬਾਹਰ ਆ ਕੇ ਕਿਹਾ ਵੀ ਹਾਂਜੀ ਨਿਕਲ ਗਿਆ ਜੀ ਘਰੋਂ, ਹਨਾ, ਫੋਨ ਕਰਕੇ ਆ ਵੀ ਗੱਲ ਆ ਰਹੀ ਹੈ। ਇਹ ਸਾਰੀਆਂ ਚੀਜ਼ਾਂ ਤੇ ਹੁਣ ਪੁਲਿਸਾਂ ਕੰਮ ਕਰਨਗੀਆਂ। ਥੋੜਾ ਜਿਹਾ ਉਹਨਾਂ ਨੂੰ ਟਾਈਮ ਆਪਣੀ ਇਨਵੈਸਟੀਗੇਸ਼ਨ ਨੂੰ ਅੱਗੇ ਚਲਾਉਣ ਲਈ ਮਿਲੇਗਾ। ਜਿਹੜੀਆਂ ਅਰੈਸਟ ਅੱਜ ਉਹਨਾਂ ਨੇ ਬੰਦੇ ਫੜੇ ਆ, ਜਾਣੀ
ਢਾਬਿਆਂ ਤੋਂ ਵੀ ਫੜੇ ਆ, ਜਿਹੜਾ ਆਈ ਥਿੰਕ 5-6 ਜਾਣੇ ਢਾਬਿਆਂ ਦੇ ਵਿੱਚੋਂ ਜਿਹੜੇ ਇਨਵੋਲਵਡ ਸੀ ਉਹ ਵੀ ਫੜੇ ਆ। ਤੇ ਉਹਨਾਂ ਤੋਂ ਵੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ, ਕੇਸ ਤਾਂ ਇਹ ਰਿਜ਼ੋਲਵ ਹੋ ਹੀ ਜਾਣਾ ਆ ਏਡਾ ਵੱਡਾ। ਜੇ ਇਸ ਵਾਰਦਾਤ ਦੇ ਵਿੱਚ ਜਿੰਨੇ ਵੱਧ ਲੋਕ ਸ਼ਾਮਲ ਹੋਣਗੇ ਨਾ ਹਰਸ਼, ਹਾਂਜੀ ਹਾਂਜੀ ਹਾਂਜੀ, ਉਨਾ ਹੀ ਚਾਂਸ ਹੁੰਦਾ ਵੀ ਇਹਨਾਂ ਨੇ ਫੜੇ ਜਾਣਾ। ਬਿਲਕੁਲ। 8-9 ਤਾਂ ਅਟੈਕਰ ਹੀ ਸੀਗੇ, 8-9 ਤੇ ਹਮਲਾਵਰ ਹੀ ਸੀਗੇ। ਘੇਰਾ ਪਾ ਕੇ ਮਤਲਬ ਕਿ ਏਡੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੇ ਵਾਰਦਾਤ ਕੀਤੀ ਆ, ਤੇ ਇੰਨੇ ਜ਼ਿਆਦਾ ਬੰਦੇ ਜਿਹੜੇ ਆ ਵੀ ਪੁਲਿਸ ਤੋਂ ਇਹ ਬਚੇ ਰਹਿਣਗੇ ਵੀ ਇਹਦਾ ਕੋਈ ਪਤਾ ਹੀ ਨਹੀਂ ਲੱਗੂਗਾ ਵੀ ਇਹ ਕੀ ਘਟਨਾ ਕੌਣ ਕਰ ਗਏ ਨੇ। ਇਦਾਂ ਨਹੀਂ ਹੋ ਸਕਦਾ। ਵੱਡੀ ਤਾਦਾਦ ਦੇ ਵਿੱਚ ਜਿਹੜਾ ਜੀ ਵੀ ਕਾਫੀ ਸਫਲਤਾ ਲੱਗਦਾ ਵੀ ਇਨਵੈਸਟੀਗੇਸ਼ਨਸ ਅਥਾਰਟੀਜ਼ ਨੂੰ ਮਿਲ ਜਾਣੀਆਂ। ਕਾਫੀ ਸਾਰੇ ਕਲੂਜ਼ ਉਹਨਾਂ ਕੋਲ ਹੈਗੇ ਆ, ਸਿਰਫ ਇਹ ਕੁਝ ਦਿਨਾਂ ਦਾ, ਹਫ਼ਤਿਆਂ ਦਾ ਕੰਮ ਹੋਏਗਾ ਜੀ, ਲੱਗ ਰਿਹਾ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਵੀ ਕੋਈ ਵੀ ਗੱਲਬਾਤ, ਸਵਾਲ ਜਵਾਬ ਜੌਲ ਸਾਹਿਬ ਦੇ ਨਾਲ ਕਰਨਾ ਚਾਹੁੰਦੇ ਹੋ ਤਾਂ 4168953784 4168953784 ਤੇ ਜੌਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ, ਥੈਂਕ ਯੂ ਸੋ ਮਚ ਫॉर योर टाइम। ਹਾਂ ਬਿਲਕੁਲ ਅਰਸ਼, ਬਸ ਇੰਨਾ ਕੁ ਦੱਸ ਦੇਣਾ ਚਾਹੁੰਦੇ ਆ ਵੀ ਆਪਾਂ ਨਾ ਆਪਣੀਆਂ ਜਿਹੜੀਆਂ ਗਲਤੀਆਂ ਤੇ ਆਪਣੇ ਰਿਸ਼ਤੇਦਾਰਾਂ ਜੀਆਂ ਦੇ ਪਰਦੇ ਕੱਜਣ ਦਾ ਸੁਭਾਅ ਕਲਚਰ ਇੱਕ ਪਾਲਿਆ ਹੋਇਆ, ਸਾਨੂੰ ਬਹੁਤ ਮਹਿੰਗਾ ਆਲਰੇਡੀ ਪੈ ਚੁੱਕਾ। ਬਿਲਕੁਲ, ਯੈਸ। ਉਹ ਅਸੀਂ ਇੱਕ ਉਜੜੀ ਹੋਈ ਕੌਮ ਆ, ਸਾਰੀ ਦੁਨੀਆ 'ਚ ਪਹੁੰਚਣ ਨੂੰ ਪੰਜਾਬ 'ਚੋਂ ਨਿਕਲ ਕੇ ਆਪਾਂ ਤਲੇ ਲੈ ਰਹੇ ਹਾਂ ਤੇ ਆਪਣਾ ਆਪ ਤੱਕ ਵੇਚਣ ਨੂੰ ਤਿਆਰ ਆ। ਆਪਣੇ ਕੋਲ ਜੋ ਹੈਗਾ ਉਹ ਵੀ ਵੇਚਣ ਨੂੰ ਤਿਆਰ ਆ ਤੇ ਆਪਣਾ ਆਪ ਵੀ ਅਕਸਰ ਵੇਚਣ ਨੂੰ ਤਿਆਰ ਆ। ਸੋ ਇਸ ਕਰਕੇ ਕੈਨੇਡਾ ਵਰਗੀ ਧਰਤੀ ਤੇ ਪਹੁੰਚ ਕੇ ਅਸੀਂ ਜ਼ਰੂਰ ਲਰਨ ਕਰੀਏ ਕਿ ਇਹ ਜਿਹੜੇ ਮੁਲਕ ਨੰਬਰ 1 ਦੇ ਲੋਕਾਂ ਦਾ ਕਿਰਦਾਰ ਸੀਗਾ ਵੀ ਆਪਣੀਆਂ ਭੁੱਲਾਂ ਤੋਂ, ਆਪਣੀਆਂ ਗਲਤੀਆਂ ਤੋਂ ਸਬਕ ਸਿੱਖਦੇ ਸੀ, ਉਹਨਾਂ ਨੂੰ ਦੁਹਰਾਉਂਦੇ ਨਹੀਂ ਸੀ ਜੀ। ਨਾ ਕਿ ਉਹਨਾਂ ਤੇ ਪੜਦੇ ਪਾਉਂਦੇ ਸੀ, ਨਾ ਕਿ ਉਹਨੂੰ ਢੱਕ ਕੇ ਰਹਿੰਦੇ ਸੀ ਦਹਾਕਿਆਂ ਤੱਕ, ਫਿਰ ਉੱਜੜ ਜਾਂਦੇ ਸੀ। ਏਦਾਂ ਆਪਾਂ ਨਾ ਕਰੀਏ। ਨਵੀਂ ਸਰਕਾਰ ਆ, ਉਹਨਾਂ ਨੇ ਅੱਛੇ ਕੰਮ ਬਹੁਤ ਕਰਨੇ ਨੇ, ਸ਼ਲਾਘਾ ਬਹੁਤ ਹੋਏਗੀ। ਜਿੱਥੇ ਗਲਤੀ ਉਕਤਾਈ ਹੋਵੇ ਉਹ ਖੁੱਲੇ ਮਨ ਨਾਲ ਮੰਨ ਲਈਏ। ਇਹਦੇ ਵਿੱਚ ਸਾਡੀ ਸਿਆਣਪ ਤੇ ਬਹਾਦਰੀ ਹੋਏਗੀ, ਉਹਦੇ ਤੇ ਪੜਦੇ ਪਾਉਣਾ ਸਾਡੀ ਡਰਪੋਕਤਾ ਹੋਏਗੀ, ਤੇ ਇਹ ਕੰਮ ਆਪਾਂ ਕਰਨਾ ਨਹੀਂ ਜੀ। ਬਿਲਕੁਲ ਜੌਲ ਸਾਹਿਬ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਫॉर योर टाइम ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।